ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 11ਵੀਂ ਜਮਾਤ 11ਵੀਂ ਵਿਸ਼ਾ ਰਾਜਨੀਤੀ ਸ਼ਾਸਤਰ ਪਾਠ 17ਵਾਂ ਸੰਘ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਨਾਲ ਬਹੁਤ ਹੀ ਮਹੱਤਵਪੂਰਨ ਜਿਹੜੀ ਵੀਡੀਓ ਉਹ ਆਪਾਂ ਸ਼ੁਰੂ ਕਰਨ ਲੱਗੇ ਆਂਗੇ। ਸ਼ੁਰੂ ਕਰ ਦਿਆਂਗੇ। ਆ ਦੇਖ ਸਕਦੇ ਨੇ ਆਪਾਂ ਪਿਕਚਰ ਦੇ ਵਿੱਚ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ। ਯਾਨੀ ਕਿ ਰਾਜਾਂ ਦੇ ਅਤੇ ਆਪਸ ਵਿੱਚ ਕੀ ਨੇ ਸੰਬੰਧ ਹੁੰਦੇ ਨੇ ਜੀ। ਭੂਮਿਕਾ: ਜਿੱਥੇ ਵੀ ਸੰਘਾਤਮਕ ਸਰਕਾਰ ਦੀ ਪ੍ਰਣਾਲੀ ਦੀ ਸਰਕਾਰ ਹੋਵੇਗੀ ਉੱਥੇ ਸੰਘ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦਾ ਪ੍ਰਸ਼ਨ ਪੈਦਾ ਹੋਵੇਗਾ, ਕਿਉਂਕਿ ਸੰਘਾਤਮਕ ਪ੍ਰਣਾਲੀ ਵਿੱਚ ਦੋਹਰਾ ਸ਼ਾਸਨ ਪ੍ਰਬੰਧ ਹੁੰਦਾ ਹੈ। ਸੰਘੀ ਸਰਕਾਰ ਅਤੇ ਰਾਜ ਸਰਕਾਰ ਰਾਜਾਂ ਦੀਆਂ ਸਰਕਾਰਾਂ ਜਾਂ ਸਰਕਾਰ ਇਹਨਾਂ ਵਿਚਕਾਰ ਆਪਸੀ ਸੰਬੰਧਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਦੋਵੇਂ ਸਰਕਾਰਾਂ ਆਪਸੀ ਤਾਲਮੇਲ ਨਾਲ ਰਾਜ ਪ੍ਰਬੰਧ ਚਲਾਉਂਦੀਆਂ ਹਨ। ਭਾਰਤ ਵਿੱਚ ਸੰਘ ਅਤੇ ਰਾਜ ਸੰਬੰਧ ਸੰਘ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਤ ਕਰਨ ਲਈ ਕੋਈ ਫਾਰਮੂਲਾ ਨਹੀਂ ਹੈ। ਭਾਰਤੀ ਸੰਵਿਧਾਨ ਨੇ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕੀਤੀ ਹੈ। ਸੰਵਿਧਾਨ ਦੇ 11ਵੇਂ ਅਤੇ 12ਵੇਂ ਭਾਗ ਵਿੱਚ ਧਾਰਾ 245 ਤੋਂ 291 ਤੱਕ ਸੰਘ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦਾ ਵਰਣਨ ਕੀਤਾ ਹੈ। ਸੰਘ ਅਤੇ ਰਾਜਾਂ ਵਿਚਕਾਰ 3 ਤਰ੍ਹਾਂ ਦੇ ਸੰਬੰਧਾਂ ਦਾ ਵਰਣਨ ਹੁੰਦਾ ਹੈ। ਸੰਬੰਧਾਂ ਦੀਆਂ ਕਿਸਮਾਂ: ਵਿਧਾਨਕ ਸੰਬੰਧ, ਵਿੱਤੀ ਸੰਬੰਧ, ਪ੍ਰਸ਼ਾਸਕੀ ਸੰਬੰਧ। ਵਿਧਾਨਕ ਸੰਬੰਧ: ਭਾਰਤੀ ਸੰਵਿਧਾਨ ਵਿੱਚ ਵਿਧਾਨਕ ਸੰਬੰਧਾਂ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕਾਨੂੰਨ ਬਣਾਉਣ ਲਈ 7ਵੀਂ ਅਨੁਸੂਚੀ ਵਿੱਚ ਵਿਸ਼ਿਆਂ ਨੂੰ 3 ਸੂਚੀਆਂ ਵਿੱਚ ਵੰਡਿਆ ਗਿਆ ਹੈ। ਸੰਘ ਸੂਚੀ: ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਹੈ। ਰਾਸ਼ਟਰੀ ਮਹੱਤਤਾ ਵਾਲੇ ਵਿਸ਼ੇ 100 ਕਰ ਲੈਣੇ ਦੇ 100। ਰਾਜ ਸੂਚੀ: ਕਾਨੂੰਨ ਬਣਾਉਣ ਦਾ ਅਧਿਕਾਰ ਰਾਜ ਸਰਕਾਰ ਕੋਲ ਹੈ। ਕੁੱਲ ਵਿਸ਼ੇ 62 ਨੇ। ਸਾਮਵਰਤੀ ਸੂਚੀ: ਰਾਜ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕਾਨੂੰਨ ਬਣਾਉਂਦੀਆਂ ਹਨ, ਪਰ ਪ੍ਰਮੁੱਖਤਾ ਕੇਂਦਰ ਦੀ ਹੈ। ਠੀਕ ਹੈ ਜੀ, ਕੇਂਦਰ ਸਰਕਾਰ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਅਤੇ ਕੁੱਲ ਵਿਸ਼ੇ ਹਨ ਇਹਦੇ ਵਿੱਚ 52। ਇਹ ਰਾਜ ਤੁਸੀਂ ਨੋਟ ਕਰ ਲੈਣੇ ਜੀ। ਅੱਗੇ ਬਚੀਆਂ ਸ਼ਕਤੀਆਂ: ਸੰਵਿਧਾਨ ਦੇ ਅਨੁਛੇਦ 248 ਅਨੁਸਾਰ ਜਿਨ੍ਹਾਂ ਵਿਸ਼ਿਆਂ ਦਾ ਵਰਣਨ ਸੰਘ, ਰਾਜ ਅਤੇ ਸਾਮਵਰਤੀ ਸੂਚੀ ਵਿੱਚੋਂ ਕਿਸੇ ਵਿੱਚ ਨਹੀਂ ਹੈ, ਉਹਨਾਂ ਸੰਬੰਧੀ ਕਾਨੂੰਨ ਬਣਾਉਣ ਦੀ ਸ਼ਕਤੀ ਸੰਘੀ ਸੰਸਦ ਨੂੰ ਸੌਂਪੀ ਗਈ ਹੈ। ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ ਉੱਤੇ ਕੇਂਦਰ ਸਰਕਾਰ ਕੇਂਦਰੀ ਸੰਸਦ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਰਾਜ ਸਭਾ ਦੇ 2/3 ਬਹੁਮਤ ਨਾਲ ਪ੍ਰਸਤਾਵ ਦੇ ਫਲਸਰੂਪ ਸੰਕਟਕਾਲੀਨ ਸਥਿਤੀ ਦੀ ਅਵਸਥਾ ਵਿੱਚ ਸੰਵਿਧਾਨਕ ਮਸ਼ੀਨਰੀ ਦੀ ਅਸਫਲਤਾ ਦੀ ਸਥਿਤੀ ਵਿੱਚ ਰਾਜਾਂ ਦੀ ਬੇਨਤੀ 'ਤੇ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਲਾਗੂ ਕਰਨ ਲਈ। ਪ੍ਰਸ਼ਾਸਕੀ ਸੰਬੰਧ: ਸੰਘ ਅਤੇ ਰਾਜਾਂ ਵਿੱਚ ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਪਰੰਤੂ ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਵਿੱਚ ਸੰਘ ਸ਼ਕਤੀਸ਼ਾਲੀ ਹੈ। ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰਾਂ ਦੇ ਪ੍ਰਸ਼ਾਸਨ ਉੱਤੇ ਸੰਘ ਸਰਕਾਰ ਦਾ ਨਿਯੰਤਰਣ ਸਥਾਪਿਤ ਕੀਤਾ ਗਿਆ ਹੈ। ਕਾਰਜਕਾਰੀ ਸ਼ਕਤੀਆਂ ਦੇ ਪ੍ਰਯੋਗ ਸੰਬੰਧੀ ਰਾਜਾਂ ਦੀ ਜ਼ਿੰਮੇਵਾਰੀ
ਸੰਚਾਰ ਦੇ ਸਾਧਨਾਂ ਦੀ ਉਸਾਰੀ ਅਤੇ ਸੰਭਾਲ ਦੀ ਸੰਬੰਧੀ ਰਾਜਾਂ ਦੀ ਜ਼ਿੰਮੇਵਾਰੀ, ਰੇਲ ਮਾਰਗਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ, ਰਾਜਾਂ ਦੇ ਰਾਜਪਾਲ ਦੀ ਕੇਂਦਰ ਦੁਆਰਾ ਨਿਯੁਕਤੀ, ਰਾਸ਼ਟਰੀ ਸੰਕਟ ਕਾਲ ਵਿੱਚ ਦੇ ਸਮੇਂ ਕੇਂਦਰ ਦਾ ਪ੍ਰਭਾਵ, ਰਾਜਾਂ ਦੀ ਸੰਵਿਧਾਨਕ ਸੰਕਟ ਕਾਲ ਸਥਿਤੀ ਵਿੱਚ ਕੇਂਦਰ ਦਾ ਪ੍ਰਭਾਵ, ਵਿੱਤੀ ਸੰਬੰਧ, ਸੰਘ ਸਰਕਾਰ ਦੀ ਆਮਦਨ ਦੇ ਸਾਧਨ, ਰਾਜ ਸਰਕਾਰ ਦੀ ਆਮਦਨ ਦੇ ਸਾਧਨ, ਸੀਮਾ ਅਤੇ ਨਿਯੰਤਰਣ, ਨਿਰਯਾਤ ਡਿਊਟੀ, ਆਮਦਨ ਟੈਕਸ, ਨਿਗਮ ਟੈਕਸ, ਖੇਤੀਬਾੜੀ ਭੂਮੀ ਨੂੰ ਛੱਡ ਕੇ ਬਾਕੀ ਸੰਪੱਤੀ ਅਤੇ ਵਿਰਾਸਤ 'ਤੇ ਟੈਕਸ, ਅੰਤਰਰਾਜੀ ਵਪਾਰ ਟੈਕਸ, ਰੇਲਵੇ ਅਤੇ ਡਾਕ ਤੋਂ ਹੋਣ ਵਾਲੀ ਆਮਦਨ। ਠੀਕ ਹੈ, ਇਹ ਸੀ ਕੇਂਦਰ ਸਰਕਾਰ ਦੇ ਆਮਦਨ ਦੇ ਸਾਧਨ। ਰਾਜ ਸਰਕਾਰ ਦੇ ਆਮਦਨ ਦੇ ਸਾਧਨ, ਜ਼ਮੀਨ ਤੋਂ ਇਕੱਠਾ ਕੀਤਾ ਮਾਲੀਆ, ਖੇਤੀਬਾੜੀ ਤੇ ਸੰਪੱਤੀ ਅਤੇ ਵਿਰਾਸਤ ਟੈਕਸ, ਮਕਾਨਾਂ ਉੱਤੇ ਲਗਾਇਆ ਟੈਕਸ, ਬਿਜਲੀ ਦੀ ਖਪਤ ਅਤੇ ਵਿਕਰੀ ਟੈਕਸ, ਵਸਤੂਆਂ ਦੀ ਖਰੀਦ ਅਤੇ ਵੇਚ ਉੱਤੇ ਟੈਕਸ, ਟੋਲ ਟੈਕਸ ਅਤੇ ਮਨੋਰੰਜਨ ਦੇ ਟੈਕਸ। ਕੇਂਦਰ ਅਤੇ ਰਾਜਾਂ ਵਿਚਕਾਰ ਆਮਦਨੀ ਦੇ ਸਾਧਨਾਂ ਦੀ ਵੰਡ ਤੋਂ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਦੇ ਆਮਦਨ ਦੇ ਸਾਧਨ ਵੱਧ ਹਨ। ਇਸ ਲਈ ਕੇਂਦਰ ਆਪਣੀ ਆਮਦਨ ਨੂੰ ਇਸ ਤਰ੍ਹਾਂ ਰਾਜਾਂ ਵਿੱਚ ਵੰਡਦਾ ਹੈ। ਕੁਝ ਟੈਕਸਾਂ ਕੇਂਦਰ ਲਗਾਉਂਦਾ ਹੈ ਪਰ ਰਾਜ ਦੁਆਰਾ ਇਕੱਠਾ ਅਤੇ ਵਰਤਿਆ ਜਾਂਦਾ ਹੈ। ਕੁਝ ਟੈਕਸ ਕੇਂਦਰ ਲਗਾਉਂਦਾ ਹੈ ਅਤੇ ਇਕੱਠਾ ਕਰਦਾ ਹੈ ਪਰੰਤੂ ਰਾਜਾਂ ਨੂੰ ਦਿੰਦਾ ਹੈ। ਕੁਝ ਟੈਕਸ ਕੇਂਦਰ ਲਗਾਉਂਦਾ ਹੈ, ਇਕੱਠਾ ਕਰਦਾ ਹੈ ਪਰੰਤੂ ਆਮਦਨ ਕੇਂਦਰ ਅਤੇ ਰਾਜਾਂ ਵਿੱਚ ਵੰਡੀ ਜਾਂਦੀ ਹੈ। ਕੁਝ ਟੈਕਸ ਕੇਂਦਰ ਲਗਾਉਂਦਾ ਹੈ, ਇਕੱਠਾ ਅਤੇ ਪ੍ਰਯੋਗ ਕਰਦਾ ਹੈ। ਰਾਜਾਂ ਨੂੰ ਗ੍ਰਾਂਟਾਂ, ਵਿੱਤੀ ਆਯੋਗ ਦੀ ਸਥਾਪਨਾ, ਕਰਜ਼ੇ, ਵਿੱਤੀ ਸੰਕਟ ਦੇਖ ਸਕਦੇ ਨੇ ਜੀ ਆਪਾਂ। 15ਵਾਂ ਫਾਈਨੈਂਸ ਕਮਿਸ਼ਨਰ ਦੇ ਜਿਹੜੇ ਮੈਂਬਰ ਨੇ, ਯਾਨੀ ਕਿ 1 2 3 4 5 6 ਕਿ 6 ਮੈਂਬਰ ਜਿਹੜੇ ਉਹ ਵਿੱਤ ਆਯੋਗ ਦੇ ਹੋ ਸਕਦੇ ਹਨ। ਕੇਂਦਰ ਰਾਜਾਂ ਸੰਬੰਧੀ ਆਲੋਚਨਾਤਮਕ ਮੁਲਾਂਕਣ, ਵਿਧਾਨਕ ਖੇਤਰ ਵਿੱਚ ਕੇਂਦਰ ਦੀ ਪ੍ਰਮੁੱਖਤਾ, ਰਾਜ ਸਰਕਾਰਾਂ ਦੇ ਕਾਨੂੰਨ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਰਾਖਵੇਂ ਰੱਖਣ ਦੀ ਵਿਵਸਥਾ, ਪ੍ਰਸ਼ਾਸਨਿਕ ਸੰਬੰਧਾਂ ਵਿੱਚ ਕੇਂਦਰ ਦੀ ਪ੍ਰਮੁੱਖਤਾ, ਅਨੁਛੇਦ 356 ਦੀ ਦੁਰਵਰਤੋਂ, ਯਾਨੀ ਕਿ ਕਿਸੇ ਰਾਜ ਦੀ ਸਰਕਾਰ ਜਿਹੜੀ ਉਹ ਅਸਫਲ ਹੋ ਜਾਵੇ ਤਾਂ ਧਾਰਾ 356 ਰਾਹੀਂ ਰਾਸ਼ਟਰਪਤੀ ਰਾਜ ਉਹ ਲੱਗ ਜਾਂਦਾ। ਰਾਜਪਾਲ ਕੇਂਦਰ ਸਰਕਾਰ ਦਾ ਪ੍ਰਤੀਨਿਧ, ਵਿੱਤੀ ਸੰਬੰਧਾਂ ਵਿੱਚ ਕੇਂਦਰ ਦੀ ਪ੍ਰਮੁੱਖਤਾ, ਕੇਂਦਰ ਰਾਜ ਸੰਬੰਧਾਂ ਦੇ ਹਰੇਕ ਖੇਤਰ ਵਿੱਚ ਕੇਂਦਰ ਨੂੰ ਸ੍ਰੇਸ਼ਟ ਬਣਾਇਆ ਗਿਆ ਹੈ। ਇਹੀ ਕਾਰਨ ਹੈ ਕਿ ਆਲੋਚਕ ਭਾਰਤ ਦੀ ਸੰਘਾਤਮਕ ਪ੍ਰਣਾਲੀ ਨੂੰ ਇਕਾਤਮਕ ਝੁਕਾਅ ਵਾਲੀ ਕਹਿੰਦੇ ਹਨ। ਅੰਤਰਰਾਜ ਪ੍ਰੀਸ਼ਦ ਭਾਰਤੀ ਸੰਵਿਧਾਨ ਦੇ ਅਨੁਛੇਦ 263 ਵਿੱਚ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਰਾਸ਼ਟਰਪਤੀ ਇਹੀ ਅਨੁਭਵ ਹੋਵੇ ਕਿ ਜਨਤਕ ਹਿੱਤਾਂ ਦੀ ਪੂਰਤੀ ਲਈ ਇੱਕ ਅੰਤਰਰਾਜ ਪ੍ਰੀਸ਼ਦ ਦੀ ਸਥਾਪਨਾ ਦੀ ਲੋੜ ਹੈ ਤਾਂ ਉਹ ਇੱਕ ਆਦੇਸ਼ ਦੁਆਰਾ ਅਜਿਹੀ ਪ੍ਰੀਸ਼ਦ ਦੀ ਸਥਾਪਨਾ ਕਰ ਸਕਦਾ ਹੈ। 1990 ਵਿੱਚ
ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੋਈ। 1990 ਵਿੱਚ ਕੇਂਦਰ ਸਰਕਾਰ ਨੇ ਅੰਤਰਰਾਜ ਪ੍ਰੀਸ਼ਦ ਦੀ ਸਥਾਪਨਾ ਕਰਨ ਲਈ ਦਾ ਨਿਰਣਾ ਲਿਆ। 28 ਮਈ 1990 ਨੂੰ ਰਾਸ਼ਟਰਪਤੀ ਦੇ ਆਦੇਸ਼ ਜਾਰੀ ਕਰ ਦਿੱਤਾ। ਬਣਤਰ ਇਸ ਦੀ ਯਾਨੀ ਕਿ ਇਹਦੇ ਵਿੱਚ ਕੌਣ ਕੌਣ ਅੰਤਰਰਾਜ ਪ੍ਰੀਸ਼ਦ ਵਿੱਚ ਕੌਣ ਕੌਣ ਬੰਦੇ ਹੋਣਗੇ ਜਾਂ ਕਿਹੜੇ ਕਿਹੜੇ ਮੈਂਬਰ ਹੋਣਗੇ। ਪ੍ਰਧਾਨ ਮੰਤਰੀ ਪ੍ਰੀਸ਼ਦ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। ਕੈਬਨਿਟ ਪੱਧਰ ਦੇ 6 ਮੰਤਰੀ ਸਾਰੇ ਰਾਜਾਂ ਅਤੇ ਸੰਘੀ ਖੇਤਰ ਦੇ ਮੁੱਖ ਮੰਤਰੀ, ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਦੂਸਰੇ ਕੇਂਦਰੀ ਮੰਤਰੀ ਜਿਨ੍ਹਾਂ ਦੇ ਮੰਤਰਾਲਿਆਂ ਨਾਲ ਸੰਬੰਧਿਤ ਪ੍ਰੀਸ਼ਦ ਵਿੱਚ ਕੋਈ ਵਿਚਾਰ ਕਰਨਾ ਹੋਵੇ। ਅੰਤਰਰਾਜ ਪ੍ਰੀਸ਼ਦ ਇੱਕ ਸਲਾਹਕਾਰੀ ਸੰਸਥਾ ਹੈ। ਕੇਂਦਰ ਅਤੇ ਰਾਜਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਇਸ ਦਾ ਨਿਰਮਾਣ ਕੀਤਾ ਗਿਆ ਹੈ। ਅੰਤਰਰਾਜ ਪ੍ਰੀਸ਼ਦ ਸੰਬੰਧੀ ਇਹ ਕਾਨੂੰਨੀ ਵਿਵਸਥਾ ਹੈ ਕਿ ਸਾਲ ਵਿੱਚ ਇਸ ਦੀਆਂ 3 ਬੈਠਕਾਂ ਹੋਣਗੀਆਂ, ਪਰ 2006 ਤੋਂ ਬਾਅਦ ਇਸ ਦੀ ਕੋਈ ਰਸਮੀ ਬੈਠਕ ਨਹੀਂ ਹੋਈ। ਸਰਕਾਰੀਆ ਆਯੋਗ, ਇਹ ਬਹੁਤ ਮਹੱਤਵਪੂਰਨ ਇੰਪੋਰਟੈਂਟ ਹੈ ਜੀ। ਸਰਕਾਰੀ ਆਯੋਗ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਨੂੰ ਮੁੜ ਵਿਚਾਰਨ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 1983 ਵਿੱਚ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਆਯੋਗ ਸਥਾਪਿਤ ਕੀਤਾ। ਆਯੋਗ ਦੇ ਅਧਿਕਸ਼ ਸਰਦਾਰ ਰਣਜੀਤ ਸਿੰਘ ਸਰਕਾਰੀਆ ਸਨ। ਉਹਨਾਂ ਦੇ ਨਾਮ 'ਤੇ ਹੀ ਇਹ ਆਯੋਗ ਨੂੰ ਸਰਕਾਰੀਆ ਆਯੋਗ ਕਿਹਾ ਜਾਂਦਾ ਹੈ। ਇਸ ਆਯੋਗ ਦੇ ਮੈਂਬਰ ਸ੍ਰੀ ਵੀ ਸ਼ਿਵਰਾਮਨ ਅਤੇ ਸ੍ਰੀ SR ਸੇਨ ਸਨ। ਆਯੋਗ ਇੱਕ ਸੁਤੰਤਰ ਇੱਕ ਸੰਯੁਕਤ ਸਕੱਤਰ, 4 ਨਿਰਦੇਸ਼ਕ ਸਨ। ਸਰਕਾਰੀਆ ਆਯੋਗ ਨੇ ਆਪਣੀ ਰਿਪੋਰਟ 1987 ਵਿੱਚ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੂੰ ਪੇਸ਼ ਕੀਤੀ। ਆਯੋਗ ਦੀ ਰਿਪੋਰਟ ਦੇ ਮੁਤਾਬਕ ਵਿਧਾਨਕ, ਪ੍ਰਸ਼ਾਸਨਿਕ ਅਤੇ ਮਾਲੀਆ ਸੰਬੰਧਾਂ ਵਿੱਚ ਸੁਧਾਰ ਲਈ ਨਾਲ ਸੰਬੰਧਿਤ 247 ਸਿਫਾਰਸ਼ਾਂ ਸਨ। ਸੰਘਾਤਮਕ ਪ੍ਰਣਾਲੀ ਵਿੱਚ ਕੇਂਦਰ ਅਤੇ ਰਾਜਾਂ ਸੰਬੰਧਾਂ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਭਾਰਤ ਵਿੱਚ ਕੇਂਦਰ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਇਆ ਗਿਆ ਹੈ, ਜੋ ਕਿ ਅਖੰਡਤਾ ਕਾਇਮ ਰੱਖਣ ਲਈ ਜ਼ਰੂਰੀ ਵੀ ਹੈ, ਪਰ ਰਾਜਾਂ ਦੀ ਸਥਿਤੀ ਵਿੱਚ ਕੁਝ ਸੁਧਾਰ ਕਰਨ ਲਈ ਨਾਲ ਸਾਰੇ ਰਾਜ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਅੱਗੇ ਖਾਲੀ ਥਾਵਾਂ। ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਵਿੱਚ ਸੰਘਾਤਮਕ ਸਰਕਾਰ ਵਧੇਰੇ ਡੈਸ਼ ਹੁੰਦੀ ਹੈ। ਸ਼ਕਤੀਸ਼ਾਲੀ ਸੰਘ ਸੂਚੀ ਵਿੱਚ ਸ਼ਾਮਲ ਵਿਸ਼ਿਆਂ 'ਤੇ ਕੇਵਲ ਸੰਘੀ ਸੰਸਦ ਬਣਾ ਸਕਦੀ ਹੈ। ਕਾਨੂੰਨ ਪ੍ਰੀਸ਼ਦ ਇੱਕ ਸਲਾਹਕਾਰੀ ਸੰਸਥਾ ਹੈ। ਅੰਤਰਰਾਜੀ ਪ੍ਰੀਸ਼ਦ ਸੰਕਟਕਾਲੀਨ ਸਥਿਤੀ ਵਿੱਚ ਸੰਸਦ ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ। ਕੇਂਦਰ ਸਹੀ ਗਲਤ। ਸੰਘ ਅਤੇ ਰਾਜਾਂ ਵਿੱਚ ਕਿੰਨੇ ਤਰ੍ਹਾਂ ਦੇ ਸੰਬੰਧ ਹੁੰਦੇ ਹਨ? 3। ਸੰਘ ਸੂਚੀ ਵਿੱਚ ਅੰਕਿਤ ਵਿਸ਼ਿਆਂ ਦੀ ਕੁੱਲ ਗਿਣਤੀ ਕਿੰਨੀ ਹੈ? 100 ਰਾਜੀ। ਆਪਾਂ ਹੁਣ ਗੱਲ ਕਰਕੇ ਕੱਢੇ 97 ਨਹੀਂ 100। ਅੰਤਰਰਾਜ ਪ੍ਰੀਸ਼ਦ ਦੀ ਸਥਾਪਨਾ ਕਰਦਾ ਹੈ ਰਾਸ਼ਟਰਪਤੀ। ਬਚੀਆਂ ਸ਼ਕਤੀਆਂ ਸੌਂਪੀਆਂ ਗਈਆਂ ਹਨ ਸੰਸਦ ਨੂੰ। ਉਸ ਤੋਂ ਅੱਗੇ ਸਹੀ ਗੱਲ। ਭਾਰਤੀ ਸੰਵਿਧਾਨ ਵਿੱਚ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ।
ਸਹੀ। ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ ਦੀ ਕੁੱਲ ਗਿਣਤੀ 97 ਹੈ। ਗਲਤ। ਆਪਾਂ ਪੜ੍ਹ ਕਿੰਨੇ ਰਹੇ ਜੀ? 62 ਆ ਗਈ। ਰਾਜ ਅੰਤਰਾਜ ਪ੍ਰੀਸ਼ਦ ਇੱਕ ਸਲਾਹਕਾਰੀ ਸੰਸਥਾ ਹੈ। ਸਹੀ। ਬਚੀਆਂ ਸ਼ਕਤੀਆਂ ਰਾਜ ਦੀ ਵਿਧਾਨ ਸਭਾ ਨੂੰ ਦਿੱਤੀਆਂ ਗਈਆਂ ਹਨ। ਗਲਤ। ਸਾਮਭਾਰਤੀ ਸੂਚੀ ਵਿੱਚ ਅੰਕਿਤ ਵਿਸ਼ਿਆਂ ਉੱਤੇ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੀਆਂ ਹਨ। ਸਹੀ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਲਿਖਣੇ ਹਨ ਜੀ। ਕੇਂਦਰ ਅਤੇ ਰਾਜਾਂ ਦੇ ਵਿੱਚ ਵਿਧਾਨਕ ਸ਼ਕਤੀਆਂ ਦੀ ਵੰਡ ਕਰਨ ਸੰਬੰਧੀ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਸੂਚੀਆਂ ਅੰਕਿਤ ਕੀਤੀਆਂ ਗਈਆਂ ਹਨ? ਇਹਨਾਂ ਦੇ ਨਾਮ ਲਿਖੋ। ਰਾਜ ਕੇਂਦਰ ਅਤੇ ਰਾਜਾਂ ਵਿਚਾਲੇ ਵਿੱਤੀ ਸੰਬੰਧਾਂ ਦੀ ਵਿਆਖਿਆ। ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦਾ ਆਲੋਚਨਾਤਮਕ ਮੁਲਾਂਕਣ ਕਰੋ। ਕਿਹੜੀਆਂ ਕਿਹੜੀਆਂ ਅਵਸਥਾਵਾਂ ਵਿੱਚ ਕੇਂਦਰੀ ਸੰਸਦ ਨੂੰ ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰਾਪਤ ਹੋ ਸਕਦਾ ਹੈ? ਅੰਤਰਾਜ ਪ੍ਰੀਸ਼ਦ 'ਤੇ ਨੋਟ ਲਿਖੋ। ਠੀਕ ਹੈ, ਇਹ ਸੀ ਆਪਣੀ ਬਹੁਤ ਹੀ ਮਹੱਤਵਪੂਰਨ ਵੀਡੀਓ ਰਾਜ ਅਤੇ ਕੇਂਦਰ ਸਰਕਾਰ ਦੇ ਸੰਬੰਧ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਲਾਈਕ ਕਰਿਓ, ਕਮੈਂਟ ਕਰਿਓ। ਧੰਨਵਾਦ।